वेलकम बैक एवरीवन आई एम योगेश फ्रॉम यस अकैडमी बठिंडा। लास्ट कुछ लैक्चर्स ਦੇ ਵਿੱਚ ਆਪਾਂ ਸੋਇਲ ਮਕੈਨਿਕਸ ਸਟਾਰਟ ਕੀਤੀ ਸੀ। ਸੋਇਲ ਮਕੈਨਿਕਸ ਦੇ ਕੁਝ ਟੌਪਿਕਸ ਆਪਾਂ ਡਿਸਕਸ ਕੀਤੇ ਸੀ। ਲਾਸਟ ਕਲਾਸ ਦੇ ਵਿੱਚ ਆਪਾਂ ਕੰਸਿਸਟੈਂਸੀ ਲਿਮਿਟਸ ਪੜ੍ਹੀਆਂ ਸੀ, ਜਿਹਦੇ ਵਿੱਚ ਲਿਕੁਇਡ ਲਿਮਿਟ ਡਿਸਕਸ ਹੋਈ ਸੀ, ਪਲਾਸਟਿਕ ਲਿਮਿਟ ਡਿਸਕਸ ਹੋਈ ਸੀ, ਸ਼ਰਿੰਕੇਜ ਲਿਮਿਟ ਬਾਰੇ ਆਪਾਂ ਗੱਲ ਕੀਤੀ ਸੀ। ਅੱਜ ਆਪਾਂ ਉਹਨਾਂ ਹੀ ਲਿਮਿਟਸ ਦੇ ਬੇਸ ਦੇ ਉੱਪਰ ਕੁਝ ਸੋਇਲ ਦੇ ਇੰਡੈਕਸ ਡਿਫਾਈਨ ਕਰਨੇ ਨੇ, ਕੁਝ ਇੰਡੈਕਸਸ ਡਿਫਾਈਨ ਕਰਨੇ ਨੇ। ਇੰਡੈਕਸ ਨੂੰ ਡਿਫਾਈਨ ਕਰਨ ਦਾ ਰੀਜ਼ਨ ਹੁੰਦਾ ਵੀ ਆਪਾਂ ਇਹ ਦੇਖ ਸਕੀਏ ਵੀ ਸੋਇਲ ਕਿਹੜੀ ਕੰਡੀਸ਼ਨ 'ਚ ਹੈ, ਵੀ ਜੇ ਸੋਇਲ ਲਿਕੁਇਡ ਲਿਮਿਟ ਜਾਂ ਪਲਾਸਟਿਕ ਲਿਮਿਟ ਦੇ ਵਿੱਚ ਹੈ ਤਾਂ ਉਹਨੂੰ ਕਿਸ ਇੰਡੈਕਸ ਨਾਲ ਡਿਫਾਈਨ ਕਰਾਂਗੇ, ਜੇ ਸੋਇਲ ਆਪਣੀ ਸ਼ਰਿੰਕੇਜ ਤੋਂ ਪਲਾਸਟਿਕ ਦੇ ਵਿੱਚ ਹੈ ਤਾਂ ਕਿਸ ਲਿਮਿਟ ਨਾਲ ਡਿਫਾਈਨ ਕਰਾਂਗੇ। ਇੱਦਾਂ ਤਾਂ ਹੁਣ ਆਪਾਂ ਇਹ ਸਾਰੀਆਂ ਗੱਲਾਂ ਪੜਾਂਗੇ ਇੰਡੈਕਸਸ ਦੀ ਹੈਲਪ ਨਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਕੀ ਪੜਿਆ ਸੀਗਾ, WL ਨੂੰ ਆਪਾਂ ਲਿਕੁਇਡ ਲਿਮਿਟ ਨਾਲ ਡਿਫਾਈਨ ਕੀਤਾ ਸੀ, ਇਹੀ ਆਪਾਂ ਨੋਟੇਸ਼ਨ ਅੱਜ ਯੂਜ਼ ਕਰਾਂਗੇ। WP ਨੂੰ ਆਪਾਂ ਪਲਾਸਟਿਕ ਲਿਮਿਟ ਨਾਲ ਡਿਫਾਈਨ ਕੀਤਾ ਸੀ, WS ਨੂੰ ਆਪਾਂ ਸ਼ਰਿੰਕੇਜ ਲਿਮਿਟ ਨਾਲ ਡਿਫਾਈਨ ਕੀਤਾ ਸੀ। ਸੇਮ ਆਪਣੀਆਂ ਨੋਟੇਸ਼ਨਸ ਅੱਜ ਵੀ ਯੂਜ਼ ਹੋਣਗੀਆਂ। ਸਭ ਤੋਂ ਪਹਿਲਾਂ ਜਿਹੜੇ ਆਪਾਂ ਇੰਡੈਕਸਸ ਦੀ ਜਿਹੜੇ ਆਪਾਂ ਇੰਡੈਕਸ ਦੀ ਗੱਲ ਕਰਨੀ ਹੈ, that is plasticity index। plasticity index ਜਿਵੇਂ ਨਾਮ ਤੋਂ ਹੀ ਕਲੀਅਰ ਹੈ, ਇਹ ਇੰਡੈਕਸ ਕੀ ਦੱਸੂਗਾ ਵੀ ਸੋਇਲ ਕਿੰਨੀ ਕੁ ਪਲਾਸਟਿਕ ਹੈ, ਵੀ ਸੋਇਲ ਦਾ ਪਲਾਸਟਿਕ ਨੇਚਰ ਕਿੰਨਾ ਕੁ ਜ਼ਿਆਦਾ ਹੋਊਗਾ। ਤਾਂ ਆਪਾਂ ਕੀ ਪੜਿਆ ਸੀਗਾ ਵੀ ਸੋਇਲ ਜਦੋਂ ਲਿਕੁਇਡ ਲਿਮਿਟ ਤੋਂ ਪਲਾਸਟਿਕ ਲਿਮਿਟ ਦੇ ਵਿੱਚ ਵਾਲੇ ਫੇਸ 'ਚ ਹੁੰਦੀ ਸੀ, ਉਦੋਂ ਉਹ ਪਲਾਸਟਿਕ ਹੁੰਦੀ ਸੀ, ਪਲਾਸਟਿਕ ਬਿਹੇਵੀਅਰ ਸ਼ੋ ਕਰਦੀ ਸੀ। ਤਾਂ ਪਲਾਸਟਿਸਿਟੀ ਇੰਡੈਕਸ ਕੀ ਹੁੰਦਾ ਹੈ, ਇਹਨੂੰ ਆਪਾਂ IP ਨਾਲ ਡਿਨੋਟ ਕਰਦੇ ਹਾਂ, IP। ਪਲਾਸਟਿਸਿਟੀ ਇੰਡੈਕਸ ਕੀ ਹੁੰਦਾ ਹੈ, ਲਿਕੁਇਡ ਲਿਮਿਟ ਮਾਈਨਸ ਪਲਾਸਟਿਕ ਲਿਮਿਟ। ਲਿਕੁਇਡ ਲਿਮਿਟ ਤੇ ਪਲਾਸਟਿਕ ਲਿਮਿਟ ਦੇ ਡਿਫਰੈਂਸ ਨੂੰ ਆਪਾਂ ਪਲਾਸਟਿਸਿਟੀ ਇੰਡੈਕਸ ਬੋਲਦੇ ਹਾਂ। ਜਿੰਨੀ ਇਹਨਾਂ ਦੀ ਡਿਫਰੈਂਸ ਦੀ ਵੈਲਿਊ ਜ਼ਿਆਦਾ ਹੋਊਗੀ, ਉਨਾ ਹੀ ਸੋਇਲ ਦਾ ਪਲਾਸਟਿਸਿਟੀ ਇੰਡੈਕਸ ਜ਼ਿਆਦਾ ਹੋਊਗਾ, ਉਨੀ ਹੀ ਸੋਇਲ ਪਲਾਸਟਿਕ ਵੀ ਜ਼ਿਆਦਾ ਹੋਊਗੀ। ਕਲੀਅਰ। ਜੇ ਆਪਾਂ ਸੈਂਡੀ ਸੋਇਲ ਦੀ ਗੱਲ ਕਰੀਏ, ਗ੍ਰੈਵਲਸ ਦੀ ਗੱਲ ਕਰੀਏ, ਤਾਂ ਉਹਨਾਂ ਦਾ ਪਲਾਸਟਿਕ ਕੰਟੈਂਟ ਬਿਲਕੁਲ ਵੀ ਨਹੀਂ ਹੁੰਦਾ, ਉਹ ਨੌਨ ਪਲਾਸਟਿਕ ਸੋਇਲਸ ਹੁੰਦੀਆਂ ਨੇ। ਜੇ ਆਪਾਂ ਕਲੇ ਦੀ ਸਿਲਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਪਲਾਸਟਿਕ ਕੰਟੈਂਟ ਹੁੰਦਾ। ਕਿਹੜੀ ਸੋਇਲ ਕਿੰਨੀ ਜ਼ਿਆਦਾ ਪਲਾਸਟਿਕ ਹੋਊਗੀ, ਜਿੰਨਾ ਉਹਦਾ ਪਲਾਸਟਿਸਿਟੀ ਇੰਡੈਕਸ ਕੀ ਹੋਊਗਾ, ਜ਼ਿਆਦਾ ਹੋਊਗਾ। ਨੈਕਸਟ ਸਕਰੀਨ ਦੇ ਉੱਪਰ ਇੱਕ ਤੁਹਾਡੇ ਕੋਲੇ ਟੇਬਲ ਆਇਆ, ਜਿਸ ਟੇਬਲ ਦੇ ਵਿੱਚ ਕੀ ਹੈਗਾ, ਆਪਾਂ ਇਹ ਦੱਸਿਆ ਹੋਇਆ ਵੀ ਕਿਸ ਪਲਾਸਟਿਸਿਟੀ ਇੰਡੈਕਸ ਦੀ ਵੈਲਿਊ ਦੇ ਨਾਲ ਆਪਾਂ ਸੋਇਲ ਨੂੰ ਕੀ ਨਾਮ ਦਿੰਦੇ ਆ। ਸੈਕਿੰਡ ਹੈ ਆਪਣਾ ਫਲੋ ਇੰਡੈਕਸ। ਫਲੋ ਇੰਡੈਕਸ ਜਿਵੇਂ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਇਹ ਆਪਾਂ ਨੂੰ ਕੀ ਦੱਸੂਗਾ ਵੀ ਸੋਇਲ ਕਿੰਨਾ ਕੁ ਫਲੋ ਕਰ ਰਹੀ ਹੈ। ਕਲੀਅਰ, ਵੀ ਸੋਇਲ ਦੀ ਫਲੋ ਕਰਨ ਦੀ ਟੈਂਡੈਂਸੀ ਕਿੰਨੀ ਕੁ, ਤਾਂ ਇਹਨੂੰ ਆਪਾਂ IF ਨਾਲ ਡਿਨੋਟ ਕਰਦੇ ਹਾਂ, ਫਲੋ ਇੰਡੈਕਸ ਨੂੰ। ਮੇਬੀ ਤੁਹਾਡੇ ਧਿਆਨ 'ਚ ਹੋਊਗਾ ਲਾਸਟ ਲੈਕਚਰ ਦੇ ਵਿੱਚ ਆਪਾਂ ਇੱਕ ਲਿਕੁਇਡ ਲਿਮਿਟ ਦਾ ਇੱਕ ਗ੍ਰਾਫ ਪੜਿਆ ਸੀਗਾ, ਲਿਕੁਇਡ ਲਿਮਿਟ ਦਾ ਪ੍ਰੈਕਟੀਕਲ ਕਰਦੇ ਸੀ ਜਦੋਂ, ਉਹਦੇ ਵਿੱਚ ਇੱਕ ਗ੍ਰਾਫ ਪੜਿਆ ਸੀ। ਉਹ ਗ੍ਰਾਫ ਦੀ ਕੁਝ ਇਸ ਤਰੀਕੇ ਦੀ ਇੱਕ ਸਲੋਪ ਫਾਰਮ ਹੋਈ ਸੀ, ਲਾਈਕ ਦਿਸ। ਫਿਰ ਆਪਾਂ ਉਹਦੇ ਵਿੱਚੋਂ ਇੱਕ 25 ਗਲੋਜ਼ ਦੇ ਉੱਤੇ ਲਿਕੁਇਡ ਲਿਮਿਟ ਕੱਢ ਲਈ ਸੀ। ਇਸੇ ਗ੍ਰਾਫ ਦੀ ਜਿਹੜੀ ਸਲੋਪ ਹੁੰਦੀ ਹੈ, ਜਿਹਦੇ ਵਿੱਚ ਇੱਕ ਪਾਸੇ log ਆਫ ਨੰਬਰ ਆਫ ਬਲੋਜ਼ ਰੱਖਦੇ ਹਾਂ ਆਪਾਂ, ਇੱਕ ਸਾਈਡ ਦੇ ਉੱਪਰ ਆਪਾਂ ਵਾਟਰ ਕੰਟੈਂਟ ਰੱਖਦੇ ਹਾਂ, ਰਾਈਟ। ਤਾਂ ਇਹਦੀ ਜਿਹੜੀ ਸਲੋਪ ਸੀਗੀ, ਇਹਨੂੰ ਹੀ ਆਪਾਂ ਫਲੋ ਇੰਡੈਕਸ ਬੋਲਦੇ ਹੁੰਦੇ ਹਾਂ। ਇਸ ਗ੍ਰਾਫ ਦੀ ਜਿਹੜੀ ਸਲੋਪ ਹੁੰਦੀ ਉਹਨੂੰ ਫਲੋ ਇੰਡੈਕਸ ਬੋਲਦੇ ਆ। ਜੇ ਮੈਂ ਇਸ ਗ੍ਰਾਫ ਦੀ ਸਲੋਪ ਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਆਪਾਂ ਕਿਵੇਂ ਕਰ ਸਕਦੇ ਹਾਂ, ਲੈਟ ਕਰ ਲੈਂਦੇ ਹਾਂ। W1 ਬਲੋਜ਼ ਦੇ W1 ਵਾਟਰ ਕੰਟੈਂਟ ਉੱਪਰ N1 ਬਲੋਜ਼ ਹੈ, W2 ਦੇ ਉੱਪਰ N2 ਬਲੋਜ਼ ਨੇ। ਕਲੀਅਰ। ਤਾਂ ਹੁਣ ਆਪਾਂ ਇਹਨੂੰ ਇਕੁਏਸ਼ਨ ਬਣਾ ਕੇ ਦੇਖ ਲੈਂਦੇ ਹਾਂ, ਇਹ ਈਜ਼ੀਲੀ ਬਣ ਸਕਦੀ ਹੈ। ਆਪ ਲਈ ਟ੍ਰਾਇੰਗਲ ਕੰਸੀਡਰ ਕਰ ਸਕਦੇ ਹਾਂ, ਤਾਂ ਆਪਣੀ ਇਸ ਗ੍ਰਾਫ ਦੇ ਵਿੱਚੋਂ IF ਦੀ ਵੈਲਿਊ ਕੀ ਬਣੂਗੀ, IF ਦੀ ਵੈਲਿਊ ਲੈਣ ਲਈ ਕੀ ਕਰਨਾ ਪਊਗਾ, ਵਰਟੀਕਲ ਅਪੋਨ ਹੌਰੀਜ਼ੌਂਟਲ, ਐਦਾਂ ਹੀ ਲੈਣਾ ਹੁੰਦਾ। ਤਾਂ ਯਾਨੀ ਕਿ W1 minus W2 over log N2 minus log N1। ਇਹ ਆਪਣੇ ਕੋਲ IF ਦੀ ਵੈਲਿਊ ਆ ਗਈ। ਜਿਨ੍ਹਾਂ ਸਟੂਡੈਂਟਸ ਨੂੰ log ਦੀ ਪ੍ਰੋਪਰਟੀ ਧਿਆਨ 'ਚ ਹੈ ਜਾਂ ਜਿਨ੍ਹਾਂ ਦੇ ਨਹੀਂ ਧਿਆਨ 'ਚ, ਉਹਨਾਂ ਨੂੰ ਰਿਪੀਟ ਕਰ ਦਿੰਦਾ। ਜੇ log ਵਾਲੀਆਂ ਵੈਲਿਊਜ਼ ਮਾਈਨਸ ਹੋ ਰਹੀਆਂ ਹੋਣ, log ਵਾਲੀਆਂ ਵੈਲਿਊਜ਼ ਜੇ ਸਬਟ੍ਰੈਕਟ ਹੋ ਰਹੀਆਂ ਹੋਣ, ਉਹਨਾਂ ਨੂੰ ਆਪਾਂ ਡਿਵਾਈਡ ਕਰਕੇ ਵੀ ਲਿਖ ਸਕਦੇ ਹੁੰਦੇ ਆ ਇਸ ਤਰੀਕੇ ਨਾਲ। ਤਾਂ IF ਦਾ ਰਿਲੇਸ਼ਨ ਕੀ ਬਣ ਜਾਊਗਾ, W1 minus W2 over log of N2 ਦੀ ਵੈਲਿਊ ਵੱਡੀ ਹੈ, N2 over N1।
ये अपने को रिलेशन हुंदा फॉर द कैलकुलेशन ऑफ आई एफ ਆਪਾਂ ਨੂੰ ਕੀ ਦੱਸੂਗਾ ਵੀ ਸੋਇਲ ਦੀ ਫਲੋ ਕਰਨ ਦੀ ਟੈਂਡੈਂਸੀ ਕਿੰਨੀ ਹੈ। ਕਲੀਅਰ। ਇਸ ਤੋਂ ਨੈਕਸਟ ਜਿਹੜੇ ਇੰਡੈਕਸ ਦੀ ਆਪਾਂ ਗੱਲ ਕਰਦੇ ਹਾਂ that is toughness index ਜਿਹੜਾ ਇਹ ਟਫਨੈਸ ਇੰਡੈਕਸ ਹੁੰਦਾ ਇਹਨੂੰ ਆਪਾਂ IT ਨਾਲ ਡਿਨੋਟ ਕਰਦੇ ਹਾਂ। IT ਨੂੰ ਸਿੰਪਲੀ ਇਹ ਰੇਸ਼ੋ ਹੁੰਦੀ ਹੈ IT ਤੇ IF ਦੀ, ਜਿਹਦੇ ਵਿੱਚ IP ਇੱਥੇ ਪਲਾਸਟਿਸਿਟੀ ਇੰਡੈਕਸ ਹੈ, IF ਇੱਥੇ ਆਪਣਾ ਫਲੋ ਇੰਡੈਕਸ ਹੈ। ਇਹਨਾਂ ਦੋਨਾਂ ਦੀ ਰੇਸ਼ੋ ਨੂੰ ਹੀ ਆਪਾਂ IT ਬੋਲ ਦਿੰਦੇ ਹਾਂ, ਟਫਨੈਸ ਇੰਡੈਕਸ ਬੋਲ ਦਿੰਦੇ ਹਾਂ। ਟਫਨੈਸ ਇੰਡੈਕਸ ਆਪਾਂ ਨੂੰ ਕੀ ਇੰਡੀਕੇਟ ਕਰਦਾ ਹੈ ਵੀ ਮੇਰੀ ਸੋਇਲ ਦੀ ਸਟਰੈਂਥ ਕਿੰਨੀ ਕੁ ਹੋਊਗੀ ਐਟ ਲਿਕੁਇਡ ਲਿਮਿਟ। ਸੋਇਲ ਦੀ ਸਟਰੈਂਥ ਕਿੰਨੀ ਕੁ ਹੋਊਗੀ ਐਟ ਲਿਕੁਇਡ ਲਿਮਿਟ। ਨਾਰਮਲੀ ਜਿਹੜੀ ਸੋਇਲਸ ਦੀ ਸਟਰੈਂਥ ਹੁੰਦੀ ਹੈ ਐਟ ਲਿਕੁਇਡ ਲਿਮਿਟ ਜਾ ਕੇ ਨਿਗਲੀਜੀਬਲ ਹੋ ਜਾਂਦੀ ਹੈ, ਬਹੁਤ ਘੱਟ ਹੋ ਜਾਂਦੀ ਹੈ। IT ਦੀ ਵੈਲਿਊ ਆਪਾਂ ਨੂੰ ਇਹ ਇੰਡੀਕੇਟ ਕਰੂਗੀ ਵੀ ਸੋਇਲ ਲਿਕੁਇਡ ਲਿਮਿਟ ਦੇ ਉੱਤੇ ਜਾ ਕੇ ਵੀ ਕਿੰਨੀ ਸ਼ੀਅਰ ਸਟਰੈਂਥ ਹਲੇ ਸ਼ੋ ਕਰੂਗੀ। ਕਲੀਅਰ। ਤਾਂ IT ਇਜ਼ ਅ ਰੇਸ਼ੋ ਆਫ IP upon IF। ਕਲੀਅਰ। मूव कर रहे हैं अपने नेक्स्ट इंडेक्स के ऊपर। अगले दो इंडेक्स ਨੂੰ ਆਪਾਂ ਇਕੱਠੇ ਪੜਾਂਗੇ ਤਾਂ ਕਿ ਆਪਾਂ ਨੂੰ ਉਹਦੇ ਫਾਰਮੂਲੇ ਯਾਦ ਰੱਖਣ 'ਚ ਹੈਲਪ ਹੋਵੇ। that is consistency index ਤੇ ਇਧਰਲੇ ਪਾਸੇ ਆਪਾਂ ਨਾਲ ਹੀ ਇਹਦੇ ਪੈਰਲਲ 'ਚ ਪੜਾਂਗੇ liquidity index। ਇਹਨਾਂ ਦੇ ਫਾਰਮੂਲੇ ਥੋੜੇ ਜਿਹੇ ਟੇਢੇ ਜਿਹੇ ਨੇ ਪਰ ਮੈਂ ਤੁਹਾਨੂੰ ਇੱਕ ਟ੍ਰਿਕ ਦੱਸੂਗਾ ਉਹਦੇ ਨਾਲ ਤੁਹਾਡੇ ਫਾਰਮੂਲੇ ਯਾਦ ਵੀ ਇਜ਼ੀਲੀ ਰਹਿ ਜਾਣਗੇ। ਕੰਸਿਸਟੈਂਸੀ ਇੰਡੈਕਸ ਹੈ IC ਨਾਲ ਡਿਨੋਟ ਕਰਾਂਗੇ, ਲਿਕੁਇਡਿਟੀ ਇੰਡੈਕਸ ਹੈ IL ਨਾਲ ਡਿਨੋਟ ਕਰਾਂਗੇ। ਤਾਂ ਹੁਣ ਦੇਖੋ IC ਦਾ ਫਾਰਮੂਲਾ ਕੀ ਹੋਊਗਾ WL minus W over WL minus WP। IL ਦਾ ਲਿਕੁਇਡਿਟੀ ਇੰਡੈਕਸ ਦਾ ਫਾਰਮੂਲਾ ਹੁੰਦਾ ਹੈ W minus WP over WL minus WP। ਜੇ ਤੁਸੀਂ ਗੱਲ ਧਿਆਨ ਨਾਲ ਦੇਖੋ ਲਿਕੁਇਡਿਟੀ ਇੰਡੈਕਸ ਦੇ ਨਾਮ 'ਚ ਲਿਕੁਇਡ ਆ ਰਿਹਾ ਕਲੀਅਰ, ਤਾਂ ਇਹਦੇ ਫਾਰਮੂਲੇ 'ਚ ਲਿਕੁਇਡ ਲਿਮਿਟ ਹੈ ਨਹੀਂ ਉੱਪਰ। ਛੋਟੀ ਟ੍ਰਿਕ ਯਾਦ ਰੱਖਣ ਦੀ, ਕੰਸਿਸਟੈਂਸੀ ਇੰਡੈਕਸ ਦੇ ਨਾਮ 'ਚ ਕਿਤੇ ਵੀ ਲਿਕੁਇਡ ਨਹੀਂ ਆ ਰਿਹਾ ਤਾਂ ਇਹਦੇ ਜਿਹੜਾ ਆਪਣਾ ਡਿਨੋਮੀਨੇਟਰ ਹੈ ਇਹਦੇ ਵਿੱਚ ਉੱਪਰ ਲਿਕੁਇਡ ਲਿਮਿਟ ਆਊਗਾ। ਹੋਰ ਕੋਈ ਯਾਦ ਰੱਖਣ ਦੀ ਟ੍ਰਿਕ ਨਹੀਂ ਹੈਗੀ। ਕੰਸਿਸਟੈਂਸੀ ਇੰਡੈਕਸ ਦੇ ਵਿੱਚ ਉੱਪਰ ਲਿਕੁਇਡ ਲਿਮਿਟ ਆਊਗੀ, ਲਿਕੁਇਡਿਟੀ ਇੰਡੈਕਸ ਦੇ ਵਿੱਚ ਉੱਪਰ ਲਿਕੁਇਡ ਲਿਮਿਟ ਨਹੀਂ ਆਊਗੀ। ਪਲਾਸਟਿਕ ਲਿਮਿਟ ਹਮੇਸ਼ਾ ਸਬਟ੍ਰੈਕਟ ਹੋਊਗੀ, ਪਲਾਸਟਿਕ ਲਿਮਿਟ ਹਮੇਸ਼ਾ ਸਬਟ੍ਰੈਕਟ ਹੋਊਗੀ ਹਮੇਸ਼ਾ। ਤਾਂ ਯਾਨੀ ਕਿ WL minus WP ਨੂੰ ਆਪਾਂ IP ਵੀ ਲਿਖ ਦਿੰਦੇ ਹੁੰਦੇ ਹਾਂ। ਇਸੇ ਫਾਰਮੂਲੇ ਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ WL minus W। ਸਿਮਿਲਰਲੀ IL ਨੂੰ ਕਿਵੇਂ ਲਿਖ ਸਕਦੇ ਹਾਂ W minus WP। ਹੁਣ ਇਹ ਦੋਨੇ ਇੰਡੀਕੇਟ ਕੀ ਕਰਦੇ ਆ W ਇੱਥੇ ਇੰਡੀਕੇਟ ਕਰ ਰਿਹਾ ਆਪਣੇ ਨੈਚੁਰਲ ਵਾਟਰ ਕੰਟੈਂਟ ਨੂੰ ਵੀ ਜਿਹੜੀ ਵੀ ਸੋਇਲ ਆਪਣੀ ਕੰਡੀਸ਼ਨ ਨੂੰ ਆਪਾਂ ਚੈੱਕ ਕਰ ਰਹੇ ਹਾਂ ਤਾਂ ਉਸ ਸੋਇਲ ਦਾ ਨੈਚੁਰਲ ਵਾਟਰ ਕੰਟੈਂਟ ਕਿੰਨਾ ਹੈ ਇਸ ਚੀਜ਼ ਨੂੰ ਆਪਣਾ W ਇੰਡੀਕੇਟ ਕਰ ਰਿਹਾ ਹੈ। ਤਾਂ WL minus W upon IP ਜੇ ਇਹਦੀ ਵੈਲਿਊ 1 ਹੋਏਗੀ, ਜੇ ਦੀ ਵੈਲਿਊ 1 ਹੋਏਗੀ ਤਾਂ ਇਹ ਕੀ ਇੰਡੀਕੇਟ ਕਰੂਗਾ ਇਫ ਇੱਕ ਛੋਟਾ ਜਿਹਾ ਕੇਸ ਬਣਾ ਲੈਂਦੇ ਆ IC is equal to 1। ਜੇ IC is equal to 1 ਹੋ ਗਿਆ ਤਾਂ ਆਹ ਵਾਲੀ ਵੈਲਿਊ is equal to 1 ਹੋ ਗਈ, ਯਾਨੀ ਕਿ ਆਹ ਦੋਨੇ ਕੰਟੈਂਟ ਕੀ ਹੋ ਗਏ ਇਕੁਅਲ ਹੋ ਗਏ। ਜੇ ਇਹ ਦੋਨੇ ਕੰਟੈਂਟਸ ਇਕੁਅਲ ਹੋ ਗਏ ਤਾਂ ਯਾਨੀ ਕਿ W ਦੀ ਵੈਲਿਊ ਬਰਾਬਰ ਹੋਗੀ WP ਦੇ, ਯਾਨੀ ਕਿ W ਕਾਹਦੇ ਬਰਾਬਰ ਹੋਊਗਾ WP ਦੇ। ਯਾਨੀ ਕਿ ਜੇ ਕੋਈ ਏਦਾਂ ਦੀ ਸੋਇਲ ਹੈ ਜਿਹਦਾ ਕੰਸਿਸਟੈਂਸੀ ਇੰਡੈਕਸ ਮੇਰੇ ਕੋਲੇ 1 ਆ ਰਿਹਾ ਹੈ ਤਾਂ ਉਹਦਾ ਮਤਲਬ ਕੀ ਹੋਊਗਾ ਵੀ ਜਿਹੜਾ ਵੀ ਉਹਦੇ ਵਿੱਚ ਉਸ ਟਾਈਮ ਤੇ ਵਾਟਰ ਕੰਟੈਂਟ ਹੈ ਉਹ ਪਲਾਸਟਿਕ ਲਿਮਿਟ ਨੂੰ ਇੰਡੀਕੇਟ ਕਰ ਰਿਹਾ ਹੈ। ਜੇ ਕਿਸੇ ਵੀ ਸੋਇਲ ਦਾ ਕੰਸਿਸਟੈਂਸੀ ਇੰਡੈਕਸ 1 ਹੋਊਗਾ ਤਾਂ ਉਹ ਕੀ ਇੰਡੀਕੇਟ ਕਰੂਗਾ ਵੀ ਉਸ ਸੋਇਲ ਦਾ ਉਸ ਟਾਈਮ ਤੇ ਜਿਹੜਾ ਵਾਟਰ ਕੰਟੈਂਟ ਆ ਉਹ ਕਿਹੜਾ ਹੈਗਾ ਪਲਾਸਟਿਕ ਲਿਮਿਟ। ਕਲੀਅਰ। ਸਿਮਿਲਰਲੀ ਜੇ ਮੈਂ ਲਿਕੁਇਡਿਟੀ ਇੰਡੈਕਸ ਨੂੰ 1 ਕਰਦਾ, ਜੇ ਮੈਂ ਲਿਕੁਇਡਿਟੀ ਇੰਡੈਕਸ ਨੂੰ 1 ਕਰਦਾ ਤਾਂ ਇੱਥੋਂ W ਬਰਾਬਰ ਆ ਜਾਊਗਾ WL ਦੇ, ਯਾਨੀ ਕਿ W ਕਾਦੇ ਬਰਾਬਰ ਆ ਜਾਊਗਾ WL ਦੇ। ਯਾਨੀ ਕਿ ਕੀ ਇੰਡੀਕੇਟ ਕਰੂਗਾ ਵੀ ਐਟ ਦੈਟ ਟਾਈਮ ਜਦੋਂ ਮੇਰਾ ਲਿਕੁਇਡਿਟੀ ਇੰਡੈਕਸ ਇਜ਼ ਇਕੁਅਲ ਟੂ 1 ਹੋ ਜਾਊਗਾ ਤਾਂ ਮੇਰੀ ਸੋਇਲ
ਐਟ ਲਿਕੁਇਡ ਲਿमिट पहुंच जूगी, लिक्विड लिमिट ते पहुंच चुकी होगी। क्लीयर। सिमिलरली जे मैं IC की वैल्यू 0 करा, IC की कोई होर वैल्यू दी हो तो उहदे ही बेस के उपर आप अलग अलग ये रिलेशनस फॉर्म कर सकते हैं। ये दोने इंडिसेस अपने JESD के पेपर लिए बहुत इंपॉर्टेंट होंगे, मोस्टली क्वेश्चन इन्होंने विचों ही पूछे जाते हैं। कोई ना कोई IC की वैल्यू दे देंगे ने, उहदे बेस के उपर इन्हां च कुछ मिसिंग वैल्यू होंदी है, आपां पिक करनी होंदी है, वैल्यू कैलकुलेट करनी होंदी है। वो वैल्यू तां ही कैलकुलेट हो पाऊगी जे तुहानूं इहदा फॉर्मूला ध्यान च होगा। क्लीयर। एक बार फिर तो रिपीट कर रहे हैं, कंसिस्टेंसी इंडेक्स, लिक्विडिटी इंडेक्स, जिहदे नाम च लिक्विड आ गया उहदे फॉर्मूले च डिनोमीनेटर च लिक्विड नहीं होगा, बटा च IP ही रहना दोनों ने। क्लीयर। तो ये लिक्विडिटी इंडेक्स के नाम च लिक्विड आ गया तो इत्थे कल्ला वाटर कंटेंट माइनस प्लास्टिक लिमिट, ये नाम च लिक्विड नहीं आया तो लिक्विड लिमिट माइनस वाटर कंटेंट। क्लीयर हो गया। तो इस तो बाद आप फॉर्मूला फॉर्म किया, जे IC की वैल्यू 1 होगी तो वह मतलब वाटर कंटेंट एट प्लास्टिक लिमिट होगा, यानी कि सॉइल प्लास्टिक स्टेट के विच एंटर कर चुकी होगी। जे लिक्विडिटी इंडेक्स 1 होगा तो मतलब सॉइल लिक्विड लिमिट तो पार कर गई, जो लिक्विड वाले फेज एंटर कर चुकी है। क्लीयर। तो ये दोनों इंपॉर्टेंट ने फॉर्मूले, कंसिस्टेंसी इंडेक्स ते लिक्विडिटी इंडेक्स। आप 4 इंडेक्स डिस्कस कर ले, प्लास्टिसिटी इंडेक्स IP WL माइनस WP, फ्लो इंडेक्स W1 माइनस W2 log N2 माइनस log N1, यानी कि स्लोप होंगी है अपने लिक्विड लिमिट टेस्ट की, उन्होंने फ्लो इंडेक्स बोल दें आप। टफनेस इंडेक्स IT IP अपॉन IF। मूव करते हैं अपने नैक्सट इंडिसेस के ऊपर, नैक्सट इंडेक्स के ऊपर मूव करते हैं। नैक्सट की टर्म आप डिस्कस करनी है, दैट इज थिक्सोट्रॉपी। थिक्सोट्रॉपी थिक्सोट्रॉपी का की मतलब होंदा है, जो भी आप सॉइल में लोड करते हैं, सॉइल में डिफॉर्म करने की कोशिश करते हैं तो की होंदा है, सॉइल पहला जो डिफॉर्म होगी अपनी स्ट्रेंथ लूज करती चली जाएगी, बट जिमें ही तुसीं उहनूं अनलोड कर दोगे, कुछ देर के लिए अनडिस्टर्बड छड्ड दोगे, बिना किसी लोडिंग तो छड्ड दोगे, तो सॉइल अपनी स्ट्रेंथ फिर तो रीगेन करना शुरू कर लेंदी है। सारे का सारा पार्ट कदे भी रीगेन नहीं करती, अपनी स्ट्रेंथ का कुछ पार्ट वो फिर तो की कर लेंदी है, रीगेन कर लेंदी है। दैट प्रॉपर्टी इज नोन एज थिक्सोट्रॉपी, जिहदे करके सॉइल अपनी स्ट्रेंथ नूं रीगेन कर लेंदी है, उन्होंने की बोलते हैं आप थिक्सोट्रॉपी। जे आप एक छोटा जिहा ग्राफिकली इहनूं इंडिकेट करने की कोशिश करिए, जे मैं सॉइल नूं ग्राफिकली इंडिकेट करने की कोशिश करा, इधरले पासे रख ला टाइम कि इधरले पासे रख ला उसकी स्ट्रेंथ, तो की होगा सॉइल शुरू दे विच एक ज्यादा स्ट्रेंथ देगी, इन्नी स्ट्रेंथ दे रही है शुरू दे विच। जदों उहदे उत्ते लोड पाउणा शुरू किया 0 तो बाय टाइम उहते लोड पाउंदा चला गया, उहने इन्ना लोड ले लिया, उस तो बाद मैं लोड नूं रिलीज करता, इन्ना लोड मैक्सिमम लिया, उन्हें पता लग गया भी इत्थे आके सॉइल टुट जूगी। नैक्सट टाइम मैं उन्हें अनलोड करता, फिर तो जो मैं लोड पाया तो इस बारी सॉइल बिल्कुल उन्ना लोड नहीं लै पाऊगी, ਉਹਦਾ कुछ जी लोड लैन की कैपेसिटी है वो घट जूगी, फिर तो थले आई, फिर तो मैं लोड पाया, फिर तो थोड़ी थले आई, यानी कि जिहड़ा ये डिक्रीज हो गया लोड दे विच, ये क्यों होया होगा, ड्यू टू जिहड़े उहदे विच कुछ बॉन्ड्स होणगे वो ब्रेक हो गए होणगे। सॉइल दे विच सॉइल किवें टिकी हुंदी है, सॉइल ने किवें अपना मास फॉर्म कीता हुंदा है, सॉइल के पार्टिकल्स के विच कुछ बॉन्ड्स होंदे ने, ये बॉन्ड्स अट्रैक्शन के भी हो सकते हैं, जिहड़ी उन्हां दी फ्रिक्शन हुंदी है उहदे करके भी हो सकते हैं, है ना। जो आप सॉइल उपर लोड पाउणा शुरू करांगे तो ड्यू टू हाई लोडिंग उन्हां दे विच कुछ बॉन्ड्स टुट जाणगे, ब्रेक हो जाणगे। जिवें मैं सॉइल नूं अनलोड कर दूंगा तो उहदी नैक्सट टाइम लोड लैण वेले उन्नी क स्ट्रेंथ घट जूगी जिन्ने को उहदे बॉन्ड्स ब्रेक हो गए होणगे। तो इहदे विच थिक्सोट्रॉपी की है, जिन्ना पार्ट सॉइल ने अपनी स्ट्रेंथ का रीगेन कर लिया, दैट इज थिक्सोट्रॉपी। जिहड़ी ये थिक्सोट्रॉपी होगी ये वेरी कर चुकी सॉइल टू सॉइल। ये भी हो सकता है भी सॉइल की स्ट्रेंथ रीगेन होने तो बाद वध जे, फॉर एग्जाम्पल सैंड, जब सैंड को आप जो कंपैक्ट कर दें, आप डिफॉर्म करते हैं कंपैक्ट करके, कंपैक्ट होने तो बाद स्ट्रेंथ की कर जाती है, इनक्रीज कर जाती है। बट यही जे मैं क्ले की गल करा, क्ले के केस जो आप लोड पाने तो लोड पाने तो बाद दोबारा तो स्ट्रेंथ दे स्ट्रेंथ घट जाती है, रीमोल्डेड क्ले की स्ट्रेंथ घट होती है। क्लीयर। तो थिक्सोट्रॉपी की है, दैट पार्ट ऑफ स्ट्रेंथ
ਜਿਹੜਾ ਸੋਇਲ ਰੀਗੇਨ ਕਰ ਲੈਂਦੀ ਹੈ ਜਦੋਂ ਆਪਾਂ ਉਹਨੂੰ ਅਨਲੋਡ ਕਰ ਦਿੰਦੇ ਆ। ਕਲੀਅਰ। ਨੈਕਸਟ ਜਿਹੜੀ ਆਪਾਂ ਪ੍ਰੋਪਰਟੀ ਪੜ੍ਹਨੀ ਹੈ 7th, that is activity। एक्टिविटी कोई खास कॉन्सेप्ट नहीं है, एक्टिविटी जस्ट एक रेशो होंगी है IP दी किदे नाल, परसेंटेज क्ले पार्टिकल्स नाल। एक्टिविटी की होंगी है, रेशो होंगी है कादी, IP दी परसेंटेज क्ले पार्टिकल्स दे नाल। इहदे विच एक गल ध्यान रखनी है, पेपर दे विच जदों भी आपां नूं परसेंटेज क्ले मैंशन होगी तो सीधी पुट कर दोगे, जे परसेंटेज क्ले मैंशन नहीं हैगी ਤਾਂ ਉਸ ਕੇਸ ਦੇ ਵਿੱਚ ਆਪਾਂ ਨੂੰ ਪਰਸੈਂਟੇਜ ਸਿਲਟ ਦਿੱਤੀ ਹੋਊਗੀ। ਜੇ ਪਰਸੈਂਟੇਜ ਸਿਲਟ ਦਿੱਤੀ ਵੀ ਹੈ ਤਾਂ ਆਪਾਂ ਉਸ ਵੈਲਿਊ ਨੂੰ 100 ਚੋਂ ਮਾਈਨਸ ਕਰਾਂਗੇ, ਫਿਰ ਹੀ ਕਲੇ ਦੀ ਪਰਸੈਂਟੇਜ ਪੁੱਟ ਹੋਊਗੀ। ਇਹ ਗੱਲ ਦਾ ਧਿਆਨ ਰੱਖਣਾ ਹੈ। ਪੇਪਰ ਦੇ ਵਿੱਚ ਕੀ ਦਿੱਤਾ ਹੁੰਦਾ ਵੀ ਕੋਈ ਫਾਈਨ ਗ੍ਰੇਨਡ ਸੋਇਲ ਹੈ, ਫਾਈਨ ਗ੍ਰੇਨਡ ਸੋਇਲ 'ਚ ਦੋ ਹੀ ਕਨਸਟੀਟੂਐਂਟਸ ਹੁੰਦੇ ਆ, ਸਿਲਟ ਤੇ ਕਲੇ। ਫਾਈਨ ਗ੍ਰੇਨਡ ਸੋਇਲ ਹੈ ਜਿਹਦੇ ਵਿੱਚੋਂ ਸਿਲਟ ਦੀ ਪਰਸੈਂਟੇਜ ਕੋਈ ਸਮ 10% 20% ਹੈ, ਤਾਂ ਕਲੇ ਦੀ ਪਰਸੈਂਟ ਪਹਿਲਾਂ ਕੱਢਾਂਗੇ, ਫਿਰ ਇਹਦੇ ਵਿੱਚ ਵੈਲਿਊ ਪੁੱਟ ਕਰਾਂਗੇ। ਕਲੀਅਰ। ਨੈਕਸਟ ਇਹਦੇ ਵਿੱਚ ਤੁਹਾਡੇ ਕੋਲ ਇੱਕ ਟੇਬਲ ਆ ਰਿਹਾ ਹੈ ਜਿਹਦੇ ਵਿੱਚ ਐਕਟੀਵਿਟੀ ਦੀਆਂ ਵੈਲਿਊਜ਼ ਗਿਵਨ ਨੇ। ਤੁਸੀਂ ਉਸ ਟੇਬਲ ਦੀਆਂ ਵੈਲਿਊਜ਼ ਚੋਂ ਕੁਝ ਕੁ ਵੈਲਿਊਜ਼ ਨੂੰ ਧਿਆਨ 'ਚ ਰੱਖਣਾ ਹੈ, ਬਸ ਅੰਦਾਜ਼ਾ ਜਾਂ ਇੱਕ ਹੋਵੇ ਆਪਾਂ ਨੂੰ ਵੀ ਆਵਲੀ ਸੋਇਲ ਹਾਈਲੀ ਐਕਟਿਵ, ਆਵਲੀ ਸੋਇਲ ਘੱਟ ਐਕਟਿਵ ਹੋਊਗੀ। ਕਲੀਅਰ ਹੋਇਆ। ਨੈਕਸਟ ਜਿਹੜੀ ਆਪਾਂ ਪ੍ਰੋਪਰਟੀ ਪੜ੍ਹਨੀ ਹੈ that is relative density। ਇਹਨੂੰ ਆਪਾਂ dr ਨਾਲ ਡਿਨੋਟ ਕਰਦੇ ਹਾਂ, relative density ਨੂੰ। ਕਈ ਇਹਨੂੰ rd ਨਾਲ ਵੀ ਡਿਨੋਟ ਕਰਦੇ ਨੇ, dr ਨਾਲ ਵੀ ਡਿਨੋਟ ਕਰਦੇ ਨੇ, one and same thing। ਤਾਂ relative density ਦਾ ਕੀ ਫਾਰਮੂਲਾ ਹੁੰਦਾ ਹੈ, E max minus E over E max minus E minimum। E अपनी void ratio से जो मैं गुणा 100 कर दूंगा तो ये अपने को आंसर आ जाएगा इन परसेंटेज। की इंडिकेट कर रहा है E max की इंडिकेट कर रही है भी मैक्सिमम सॉइल की कितनी void ratio हो सकती है जो वो लूजेस्ट स्टेट च होगी। E की इंडिकेट कर रहे हैं अज वाली अपनी कंडीशन दे विच ओदी कितनी void ratio है। E मिनिमम की इंडिकेट कर रहे हैं भी आपां जो सॉइल नूं सब तो कंपैक्टेड स्टेट च रखांगे उदों दी ई मिनिमम कितनी हो सकती है। जे मैं ई मैक्स की गल करा ते ई मिनिमम की गल करा, ये मैनूं किहड़ियां-किहड़ियां स्टेट्स च मिलदियां ने। जे मेरे सॉइल ग्रेन्स एक ऊपर दूसरा इदां प्लेस्ड होणगे लाइक दिस, सिमिलरली नीचे भी एक ऊपर दूसरा एग्जैक्टली, ਤਾਂ ਉੱਥੇ ਮੈਨੂੰ E max ਦੀ ਵੈਲਿਊ ਦੇਖਣ ਨੂੰ ਮਿਲਦੀ ਹੈ। ਸੋਇਲ ਦੀ ਵੋਇਡ ਰੇਸ਼ੋ ਉੱਥੇ ਮੈਕਸਿਮਮ ਹੁੰਦੀ ਹੈ ਤੇ ਉਹ ਵੈਲਿਊ ਹੁੰਦੀ ਹੈ 0.91। 0.91। ਸਿਮਿਲਰਲੀ ਜੇ ਮੈਂ E minimum ਦੀ ਗੱਲ ਕਰਾਂ ਤਾਂ E minimum ਮੈਨੂੰ ਕਿਹੜੇ ਕੇਸ 'ਚ ਦੇਖਣ ਨੂੰ ਮਿਲਦੀ ਹੈ, ਜਿਸ ਕੇਸ ਦੇ ਵਿੱਚ ਆਪਾਂ ਸੋਇਲ ਨੂੰ ਥੋੜਾ ਜਿਹਾ ਕੰਪੈਕਟ ਕਰ ਦਾਂਗੇ। ਕੰਪੈਕਟ ਕਰਨ ਤੋਂ ਮਤਲਬ ਕੀ ਹੋਊਗਾ, ਪਾਰਟੀਕਲਸ ਇੱਕ ਦੂਜੇ ਦੀਆਂ ਵੋਇਡਸ 'ਚ ਆ ਕੇ ਟਿਕ ਜਾਣਗੇ ਲਾਈਕ ਦਿਸ। ਤਾਂ ਇਹਦੇ ਵਿੱਚ ਸੋਇਲ ਦੀ ਵੋਇਡ ਰੇਸ਼ੋ ਕੰਪੈਰੀਟਿਵਲੀ ਕੀ ਹੋਗੀ, ਘਟ ਗਈ। ਕਲੀਅਰ। ਤਾਂ ਇੱਥੇ ਜਿਹੜੀ ਮਿਨੀਮਮ ਹੁੰਦੀ ਹੈ ਮੈਨੂੰ 0.35 ਦੇਖਣ ਨੂੰ ਮਿਲਦੀ ਹੈ। ਜਦੋਂ ਪੇਪਰ 'ਚ ਵੈਲਿਊਜ਼ ਗਿਵਨ ਹੈ ਤਾਂ ਠੀਕ ਹੈ, ਨਹੀਂ ਆਪਾਂ ਨੂੰ ਵੈਲਿਊਜ਼ ਯਾਦ ਰੱਖਣੀਆਂ ਪੈਣਗੀਆਂ, ਬਹੁਤ ਇੰਪੋਰਟੈਂਟ ਵੈਲਿਊਜ਼ ਹੈ। ਇਹਦਾ ਹੀ ਇੱਕ ਰਿਲੇਸ਼ਨ ਆਪਾਂ ਹੋਰ ਵੀ ਫਾਰਮ ਕਰ ਲੈਂਦੇ ਹੁੰਦੇ ਆ ਰਿਲੇਟਿਵ ਡੈਂਸਿਟੀ ਦਾ। ਕਿਵੇਂ, ਹੁਣ ਇਹ ਆਪਾਂ ਰਿਲੇਸ਼ਨ ਲਿਖਿਆ ਇਨ ਦ ਵੈਲਿਊ ਆਫ E ਇਨ ਦ ਫਾਰਮ ਆਫ E ਲਿਖਿਆ ਆਪਾਂ, ਤਾਂ ਰਿਲੇਟਿਵ ਡੈਂਸਿਟੀ ਦਾ ਦੂਸਰਾ ਰਿਲੇਸ਼ਨ ਹੁੰਦਾ ਹੈ in the value of gamma unit weight। ਜਦੋਂ E ਦੀ ਵੈਲਿਊ ਮੈਕਸਿਮਮ ਹੋਊਗੀ ਉਦੋਂ ਯੂਨਿਟ weight ਮਿਨੀਮਮ ਹੋਊਗਾ ਕਿਉਂਕਿ ਵੋਲਿਊਮ ਜ਼ਿਆਦਾ ਹੋਊਗਾ, ਜੇ ਵੋਲਿਊਮ ਜ਼ਿਆਦਾ ਤਾਂ ਯੂਨਿਟ weight ਘੱਟ ਹੋਊਗਾ। ਤਾਂ ਯਾਨੀ ਕਿ ਜਦੋਂ E max ਹੈ ਉਦੋਂ ਗਾਮਾ ਕਿਹੜਾ ਮਿਲੂਗਾ, ਮਿਨੀਮਮ ਮਾਈਨਸ E ਹੈ ਤਾਂ ਇੱਥੇ ਨਾਰਮਲ ਵਾਲਾ ਗਾਮਾ ਮਿਲੂਗਾ ਮੈਨੂੰ ਡਿਵਾਈਡਡ ਬਾਈ E max ਤਾਂ ਫਿਰ ਤੋਂ ਹੀ ਗਾਮਾ ਆਪਾਂ ਨੂੰ ਮਿਨੀਮਮ ਵਾਲਾ, E minimum है तो मतलब गामा ਆਪਾਂ ਨੂੰ मैक्स वाला मिलेगा। एक काफी रिलेशन ਆਪਾਂ यूज करते हैं रिलेटिव डेंसिटी ਦੇ ਲਈ। ਦੋਨੇ ਰਿਲੇਸ਼ਨ ਸੇਮ ਹੈ, ਸੇਮ ਆਨਸਰ ਦੇਣਗੇ। ਜੇ ਤੁਸੀਂ E ਤੋਂ ਪਹਿਲਾਂ ਗਾਮਾ ਕੈਲਕੂਲੇਟ ਕਰੋਗੇ ਫਿਰ ਵੈਲਿਊਜ਼ ਪੁੱਟ ਕਰੋਗੇ ਉਹ 'ਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਪੇਪਰ 'ਚ ਆਪਾਂ ਨੇ ਜਲਦੀ ਰਿਲੇਸ਼ਨ ਜਲਦੀ ਆਪਾਂ ਆਨਸਰ ਕੱਢਣਾ ਹੁੰਦਾ ਤਾਂ ਕੋਸ਼ਿਸ਼ ਕਰੋ ਆਹ ਸਿੱਧਾ ਰਿਲੇਸ਼ਨ ਯੂਜ਼ ਕਰ ਲਓ।
1 upon gamma minimum minus 1 upon gamma, 1 upon gamma minus 1 upon gamma max. Relative density ਦੀ ਜਿੰਨੀ ਜ਼ਿਆਦਾ ਵੈਲਿਊ ਹੋਊਗੀ ਉਨੀ ਆਪਣੀ ਸੋਇਲ ਕੰਪੈਕਟਡ ਹੋਊਗੀ। ਇਹਦੀ ਮੈਕਸਿਮਮ ਵੈਲਿਊ ਕਿੰਨੀ ਹੋ ਸਕਦੀ ਹੈ? ਮੈਕਸਿਮਮ ਵੈਲਿਊ ਦੋਨੇ ਬਰਾਬਰ ਹੋ ਸਕਦੇ ਆ, ਯਾਨੀ ਕਿ 100%। ਜਦੋਂ 100% ਹੋਊਗੀ ਤਾਂ E ਦੀ ਵੈਲਿਊ ਬਰਾਬਰ ਹੋਊਗੀ ਮਿਨੀਮਮ ਦੇ, ਫਿਰ ਹੀ ਦੋਨਾਂ ਦੀ 100% ਬਣ ਰਹੀ ਹੈ। ਜਦੋਂ ਇਹਦੀ ਵੈਲਿਊ ਦੇ ਬਰਾਬਰ ਹੋਊਗੀ ਮਤਲਬ ਕਿ ਸੋਇਲ ਮੈਕਸਿਮਮ ਕੰਪੈਕਟਡ ਸਟੇਟ 'ਚ ਹੈ, ਉਹਦੀ ਰਿਲੇਟਿਵ ਡੈਂਸਿਟੀ 100% ਦਾ ਮਤਲਬ ਕੀ ਹੋਊਗਾ ਵੀ ਇਸ ਤੋਂ ਜ਼ਿਆਦਾ ਤੁਸੀਂ ਸੋਇਲ ਨੂੰ ਕੰਪੈਕਟ ਨਹੀਂ ਕਰ ਸਕਦੇ। ਕਲੀਅਰ? ਅੱਜ ਦੀ ਲਾਸਟ ਟਰਮ ਜਿਹੜੀ ਆਪਾਂ ਪੜ੍ਹਨੀ ਹੈ ਦੈਟ ਇਜ਼ ਸੈਂਸਿਟੀਵਿਟੀ। ਇਹਨੂੰ ਆਪਾਂ SI ਨਾਲ ਡਿਨੋਟ ਕਰਦੇ ਹੁੰਦੇ ਆ। ਸੈਂਸਿਟੀਵਿਟੀ ਇੱਕ ਰੇਸ਼ੋ ਹੁੰਦੀ ਹੈ ਅਨਕਨਫਾਈਨਡ ਕੰਪਰੈਸਿਵ ਸਟਰੈਂਥ ਦੀ। ਅਨਕਨਫਾਈਨਡ ਕੰਪਰੈਸਿਵ ਸਟਰੈਂਥ ਕੀ ਹੁੰਦੀ ਹੈ ਆਪਾਂ ਪੜਾਂਗੇ ਸ਼ੀਅਰ ਸਟਰੈਂਥ ਵਾਲੇ ਚੈਪਟਰ 'ਚ। ਅਨਕਨਫਾਈਨਡ ਕੰਪਰੈਸਿਵ ਸਟਰੈਂਥ ਜਦੋਂ ਸੋਇਲ ਅਨਡਿਸਟਰਬਡ ਹੈ ਓਵਰ ਅਨਕਨਫਾਈਨਡ ਕੰਪਰੈਸਿਵ ਸਟਰੈਂਥ ਜਦੋਂ ਸੋਇਲ ਕੀ ਹੋਊਗੀ ਡਿਸਟਰਬਡ ਹੋਊਗੀ, ਜਾਂ ਇਹਨੂੰ ਆਪਾਂ ਰੀਮੋਲਡਡ ਵੀ ਬੋਲ ਦਿੰਦੇ ਹਾਂ। ਰੀਮੋਲਡ ਮਤਲਬ ਆਪਾਂ ਉਹਦੀ ਕਿਸੇ ਸ਼ੇਪ 'ਚ ਉਹਨੂੰ ਰੀਮੋਲਡ ਕਰਤਾ। ਅਨਕਨਫਾਈਨਡ ਕੰਪਰੈਸਿਵ ਸਟਰੈਂਥ ਨੂੰ ਆਪਾਂ QU ਨਾਲ ਡਿਨੋਟ ਕਰਦੇ ਹਾਂ। QU ਰੇਸ਼ੋ ਕਾਦੀ ਹੈ ਇਹ? ਅਨਡਿਸਟਰਬਡ ਦੀ ਤੇ ਡਿਸਟਰਬਡ ਦੀ, ਜਾਂ ਜਿਹਨੂੰ ਆਪਾਂ ਰੀਮੋਲਡਡ ਵੀ ਲਿਖ ਸਕਦੇ ਹਾਂ। ਸੈਂਸਿਟੀਵਿਟੀ ਦੀ ਵੈਲਿਊ ਜਿੰਨੀ ਜ਼ਿਆਦਾ ਹੋਊਗੀ ਉਨਾ ਸੋਇਲ ਆਪਣੀ ਸਟਰੈਂਥ ਲੂਜ਼ ਜ਼ਿਆਦਾ ਕਰੂਗੀ, ਯਾਨੀ ਕਿ ਉਨੀ ਹੀ ਉਹ ਸੋਇਲ ਆਪਣੀ ਕੰਸਟਰਕਸ਼ਨ ਦੇ ਲਈ ਵਧੀਆ ਨਹੀਂ ਹੋਊਗੀ। ਨੈਕਸਟ ਇੱਕ ਟੇਬਲ ਆ ਰਿਹਾ ਹੈ ਤੁਹਾਡੇ ਕੋਲ ਸਕਰੀਨ ਉੱਪਰ, ਜਿਹਦੇ ਉੱਪਰ SI ਦੀਆਂ ਵੈਲਿਊਜ਼ ਗਿਵਨ ਨੇ ਤੇ ਉਹ SI ਦੀਆਂ ਵੈਲਿਊਜ਼ ਦੇ ਨਾਲ ਆਪਾਂ ਸੋਇਲ ਨੂੰ ਕਿਵੇਂ ਡਿਫਾਈਨ ਕਰਦੇ ਹਾਂ ਉਹ ਵੀ ਦਿੱਤਾ ਹੋਇਆ ਹੈ। ਇੱਥੇ ਆਪਣਾ ਜਿਹੜਾ ਪ੍ਰੋਪਰਟੀਜ਼ ਆਫ ਸੋਇਲ ਵਾਲਾ ਚੈਪਟਰ ਉਹ ਕੰਪਲੀਟ ਹੁੰਦਾ ਹੈ। ਪ੍ਰੋਪਰਟੀਜ਼ ਆਫ ਸੋਇਲ 'ਚ ਆਪਾਂ ਇੰਨਾ ਹੀ ਪੜ੍ਹਨਾ ਸੀਗਾ। ਨੈਕਸਟ ਆਪਾਂ ਜਿਹੜਾ ਚੈਪਟਰ ਹੈ ਕਲਾਸੀਫਿਕੇਸ਼ਨ ਆਫ ਸੋਇਲ, ਉਹ ਨੈਕਸਟ ਚੈਪਟਰ ਆਪਾਂ ਸ਼ੁਰੂ ਕਰਾਂਗੇ ਨੈਕਸਟ ਕਲਾਸ ਦੇ ਵਿੱਚ, ਨੈਕਸਟ ਵੀਡੀਓ ਦੇ ਵਿੱਚ। ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ। ਆਪਣਾ WhatsApp ਗਰੁੱਪ ਦੇ ਵਿੱਚ ਤੇ ਟੈਲੀਗ੍ਰਾਮ ਚੈਨਲ ਦੇ ਵਿੱਚ ਵੀ ਆਪਣੇ ਡਾਊਟਸ ਦੱਸ ਸਕਦੇ ਹੋ। ਟੈਸਟ ਉੱਥੋਂ ਪਿਕ ਕਰ ਸਕਦੇ ਹੋ ਪ੍ਰੈਕਟਿਸ ਦੇ ਲਈ। ਬੈਸਟ ਆਫ ਲੱਕ ਤੁਹਾਡੀ ਪ੍ਰੈਪਰੇਸ਼ਨ ਦੇ ਲਈ। ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਥੈਂਕ ਯੂ ਵੈਰੀ ਮਚ।